ਰਾਮ ਸਰੂਪਣਖੀ ਦੀ ਕਹਾਣੀ। ਤਕਸੀਮ ਤਾਂ ਤੁਸੀਂ ਜਾਣਦੇ ਹੋ। ਇੱਕ ਪਏ ਦਾ ਲਕੀਰ, ਦੋਵੇਂ ਸਿਰਿਆਂ ਤੋਂ ਹੇਠਾਂ ਵੱਲ ਖਿੱਚੀਆਂ ਤੇ ਫਿਰ ਬਾਹਰ ਵੱਲ ਨੂੰ ਜਾਂਦੀਆਂ ਦੋ ਚਾਪਾਂ, ਅਰਧ ਚੰਦ ਆਕਾਰ ਦੀਆਂ। ਬਸ ਇਸ ਪ੍ਰਕਾਰ ਹੀ ਸਨ ਉਹਦੀਆਂ ਮੁੱਛਾਂ। ਉਤਲੇ ਬੁੱਲ ਉੱਤੇ ਛੋਟੇ ਛੋਟੇ ਵਾਲਾਂ ਦੀ ਸਿੱਧੀ ਰੇਖਾ ਤੇ ਫਿਰ ਦੋਵੇਂ ਸਿਰਿਆਂ ਤੋਂ ਲੰਬੇ ਲੰਬੇ ਕੁੰਡਲ ਥੱਲੇ ਨੂੰ ਆ ਕੇ ਇੱਕਦਮ ਉਤਾਂ ਉੱਠੇ ਹੋਏ। ਕੁੰਡਲਾਂ ਨੂੰ ਉਹ ਮਰੋੜਾ ਦੇ ਕੇ ਰੱਖਦਾ, ਉਤਾਂ ਚੁੱਕਦਾ ਜਾਂ ਸਿੱਧਾ ਕਰਦਾ, ਪਰ ਉਹ ਫਿਰ ਆਪਣੀ ਅਸਲ ਸ਼ਕਲ 'ਚ ਕੁੰਡਲ ਬਣ ਜਾਂਦੇ। ਫਿਕਸਰ ਲਾ ਕੇ ਚਿਪਕਾਈ ਬਹੁਤ ਘੱਟ ਤੇ ਕੱਕੇ ਵਾਲਾਂ ਦੀ ਦਾੜੀ ਉੱਤੇ ਉਹਦੀਆਂ ਮੁੱਛਾਂ ਹੋਰ ਵੀ ਤਕਸੀਮ ਬਣ ਕੇ ਉਗੜਦੀਆਂ। ਉਹਦੇ ਸਾਥੀਆਂ ਨੇ ਉਹਦਾ ਨਾਮ ਤਕਸੀਮ ਰੱਖ ਛੱਡਿਆ ਸੀ। ਲਛਮਣ ਸਿੰਘ ਤਾਂ ਉਹਨੂੰ ਕਦੇ ਹੀ ਕੋਈ ਆਖਦਾ, ਜਾਂ ਫਿਰ ਮਹੀਨੇ ਪਿੱਛੋਂ ਤਨਖਾਹ ਲੈਣ ਵੇਲੇ ਕਲਰਕ ਦੇ ਮੂੰਹ ਉਹਦਾ ਨਾਮ ਸੁਣਿਆ ਜਾਂਦਾ, ਚੱਲ ਬਈ ਲਛਮਣ ਸਿੰਘ ਲਾ ਟਿਕਟ। ਲਛਮਣ ਸਿੰਘ, ਲੱਛੂ, ਲੱਛਾ, ਵਾਲਾਂ ਦਾ ਲੱਛਾ, ਤੇ ਫਿਰ ਵਾਲਾਂ ਤੋਂ ਗੱਲ ਤੁਰ ਕੇ ਉਹਦੀਆਂ ਮੁੱਛਾਂ ਤੇ ਆ ਅਟਕਦੀ। ਉਹ ਗੁੱਸਾ ਨਹੀਂ ਕਰਦਾ ਸੀ, ਖਿੱਝਦਾ, ਮੋੜਵੇਂ ਜਵਾਬ ਕਰਦਾ ਤਾਂ ਸਾਥੀ ਹੋਰ ਛੇੜਦੇ। ਉਹਨੂੰ ਕੋਈ ਕੁਝ ਕਹੀ ਜਾਂਦਾ, ਉਹ ਮੁਸਕਰਾ ਹੀ ਛੱਡਦਾ। ਮੁਸਕਰਾਉਣ ਨਾਲ ਉਹਦੀਆਂ ਮੁੱਛਾਂ ਦੀ ਤਕਸੀਮ ਹੋਰ ਉਗੜ ਪੈਂਦੀ। ਉਹਦੇ ਸਾਥੀ ਲਖਬੀਰ, ਭਰਪੂਰ, ਜਸਵਿੰਦਰ ਤੇ ਹਰਨੇਕ ਇੱਕੋ ਜਿਹੀ ਉਮਰ ਦੇ, ਇੱਕੋ ਜਿਹੀਆਂ ਆਦਤਾਂ ਦੇ ਮਾਲਕ ਸਨ। ਲਖਬੀਰ ਕੁਝ ਚੁਸਤ, ਸਿਆਣਾ ਤੇ ਬਾਕੀਆਂ ਉੱਤੇ ਪ੍ਰਭਾਵ ਰੱਖਦਾ। ਚਾਰੇ ਛੜੇ ਛੜਾਂਗ ਇੱਕ ਚੁਬਾਰਾ ਕਿਰਾਏ ਉੱਤੇ ਲੈ ਕੇ ਇਕੱਠੇ ਰਹਿੰਦੇ। ਜਿਸ ਦਿਨ ਤਨਖਾਹ ਮਿਲਦੀ, ਉਹ ਪੀਣ ਦਾ ਪ੍ਰੋਗਰਾਮ ਬਣਾ ਲੈਂਦੇ, ਪੀਂਦੇ ਤੇ ਪੂਰਾ ਸ਼ੁਗਲ ਕਰਦੇ। ਇੱਕ ਵਾਰ ਉਹਨਾਂ ਨੇ ਤਕਸੀਮ ਨੂੰ ਵੀ ਚੁਬਾਰੇ 'ਚ ਬੁਲਾ ਲਿਆ। ਉਹ ਪਰਿਵਾਰ ਸਮੇਤ ਵੱਖਰੇ ਮਕਾਨ 'ਚ ਸੀ। ਤਕਸੀਮ 'ਚ ਹੀਣਤਾ ਭਾਵ ਪੈਦਾ ਹੁੰਦਾ ਜਾਂਦਾ ਸੀ। ਸਾਥੀਆਂ 'ਚ ਬੈਠ ਕੇ ਜੇ ਉਹ ਕੋਈ ਸੁਭਾਇਕੀ ਗੱਲ ਕਰਦਾ ਤਾਂ ਵੀ ਉਹਦੀ ਗੱਲ ਦਾ ਮਖੌਲ ਉਡਾ ਦਿੱਤਾ ਜਾਂਦਾ, ਤੇ ਫਿਰ ਉਹਨੂੰ ਤਾਂ ਬੋਲਣ ਹੀ ਨਾ ਦਿੱਤਾ ਜਾਂਦਾ। ਮਖੌਲ ਤੇ ਮਖੌਲ। ਉਹ ਚੁੱਪ ਕਰਕੇ ਬੈਠ ਜਾਂਦਾ, ਉੱਤੋਂ ਮੁਸਕਰਾਉਂਦਾ, ਪਰ ਅੰਦਰਲੇ ਮਨੋਂ ਹੀਣਾ ਹੋ ਚੁੱਕਿਆ ਹੁੰਦਾ। ਕਦੇ ਜੇ ਕੋਈ ਉਹਨੂੰ ਪਿਆਰ ਨਾਲ ਬੁਲਾਉਂਦਾ ਤਾਂ ਮੁਸਕਰਾ ਕੇ ਪੂਰੀ ਗੱਲਬਾਤ ਕਰਦਾ, ਪਰ ਅੰਦਰੋਂ ਡਰਦਾ ਰਹਿੰਦਾ, ਕਿਤੇ ਮਖੌਲ ਵਜੋਂ ਤਾਂ ਨਹੀਂ ਕਰ ਰਿਹਾ ਇਹ ਗੱਲ। ਸਾਥੀਆਂ ਦੀ ਇਸ ਗੱਲ ਦਾ ਉਹਨੇ ਪਹਿਲਾਂ ਤਾਂ ਮਖੌਲ ਹੀ ਸਮਝਿਆ ਕਿ ਅੱਜ ਚੁਬਾਰੇ 'ਚ ਤਕਸੀਮ ਨੂੰ ਵੀ ਨਾਲ ਪਿਆਉਣੀ ਹੈ, ਪਰ ਵਿਸ਼ਵਾਸ ਉਹਨੂੰ ਤਦ ਆਇਆ ਜਦ ਲਖਬੀਰ ਨੇ ਆਪਣੀ ਜੇਬ 'ਚੋਂ ਰੁਪਏ ਕੱਢ ਕੇ ਉਹਨੂੰ ਹੀ ਫੜਾ ਦਿੱਤੇ ਤੇ ਕਿਹਾ ਕਿ ਉਹਦਾ ਨਾਂ ਲੈ ਕੇ ਨੰਬਰਦਾਰਾਂ ਤੋਂ 2 ਬੋਤਲਾਂ ਲੈ ਆਵੇ। ਕੰਬਦੇ ਹੱਥਾਂ ਨਾਲ ਤਕਸੀਮ ਨੇ ਰੁਪਏ ਫੜੇ ਸਨ। ਮਈ ਦੇ ਦਿਨ ਸਨ। ਦਿਨ ਵੇਲੇ ਹਨੇਰੀਆਂ ਚੱਲਦੀਆਂ, ਕਦੇ ਬੱਦਲ ਹੋ ਜਾਂਦੇ, ਹਨੇਰੀ ਵੀ ਉੱਠਦੀ, ਪਰ ਬੱਦਲਾਂ ਦੀ ਗੜਗੜਾਹਟ ਵਿੱਚੋਂ 4 ਛਿੱਟੇ ਵਰ ਜਾਂਦੇ ਤਾਂ ਮੌਸਮ ਸਾਫ਼ ਹੋ ਜਾਂਦਾ। ਬਹੁਤੀਆਂ ਕਣੀਆਂ ਪੈਂਦੀਆਂ ਤਾਂ ਹਵਾ 'ਚ ਠੰਡ ਵੀ ਭਰ ਜਾਂਦੀ। ਇਸ ਤਰ੍ਹਾਂ ਦੀ ਹਵਾ ਸਾਹਾਂ 'ਚ ਤਾਜ਼ਗੀ ਲਿਆਉਂਦੀ। ਉਸ ਦਿਨ ਸ਼ਾਮ ਨੂੰ ਵੀ ਮੀਂਹ ਪੈ ਕੇ ਹਟਿਆ ਸੀ। ਠੰਡੀ ਠੰਡੀ ਹਵਾ ਚੱਲ ਰਹੀ ਸੀ। ਉਹਨਾਂ ਦੇ ਚੁਬਾਰੇ ਕੋਲ ਵੱਡੇ ਪਿੱਪਲ ਦੇ ਪੱਤਿਆਂ ਦੀ ਖੜਖੜ ਕੰਨਾਂ ਨੂੰ ਸੁਖਾਵੀਂ ਲੱਗ ਰਹੀ ਸੀ। ਚੁੱਲ੍ਹੇ ਉੱਤੇ ਮੀਟ ਦਾ ਪਤੀਲਾ ਰੱਖ ਕੇ ਉਹਨਾਂ ਨੇ ਚੁਬਾਰੇ ਅੱਗੇ 2 ਮੰਜੇ ਢਾਏ ਤੇ ਵਿਚਕਾਰ ਮੇਜ਼ ਰੱਖ ਕੇ ਪੀਣੀ ਸ਼ੁਰੂ ਕਰ ਦਿੱਤੀ। ਪਹਿਲਾਂ ਤਾਂ ਅੰਬ ਦੇ ਅਚਾਰ ਤੇ ਗੱਠਿਆਂ ਨਾਲ ਜੀਭ ਸੁਆਦ ਕਰਦੇ ਰਹੇ, ਤੇ ਫਿਰ ਜਦ ਪਤੀਲੇ ਵਿੱਚੋਂ ਸੁਗੰਧ ਉੱਠਣ ਲੱਗੀ, ਉਹ ਅੱਧ ਕੱਚੇ ਮੀਟ ਦੀਆਂ ਸੰਖੀਆਂ ਹੀ ਚੂਸਣ ਲੱਗੇ। ਪੀਂਦੇ ਰਹੇ, ਤਕਸੀਮ ਨਾਲ ਸ਼ੁਗਲ ਕਰਦੇ ਰਹੇ। ਕਿਉਂ ਭਕਾਈ ਮਾਰੀ ਹੈ ਕੰਜਰ ਦੇ ਪੁੱਤੋ, ਇੱਕ ਵਾਰੀ ਕਹਿ ਲਓ ਜੋ ਕਹਿਣਾ, ਸਾਰਾ ਦਿਨ ਹਿੜ ਕਰਨ ਦਾ ਕੀ ਮਤਲਬ? ਤਕਸੀਮ ਨੇ ਗੰਭੀਰਤਾ ਤੇ ਗੁੱਸੇ 'ਚ ਰਲੀ ਮਿਲੀ ਗੱਲ ਆਖੀ। ਲਖਬੀਰ ਤੇ ਭਰਪੂਰ, ਜਿਹੜੇ ਇੱਕੋ ਮੰਜੇ ਉੱਤੇ ਕੋਲ ਬੈਠੇ ਸਨ, ਨੇ ਸਿਆਣਤ ਰਲਾਈ, ਅੱਜ ਸਾਲੇ ਨਾਲ ਕੋਈ ਵਧੀਆ ਮਖੌਲ ਕਰੀਏ। ਦੋਵੇਂ ਬੋਤਲਾਂ ਮੁਕਾ ਕੇ ਉਹਨਾਂ ਨੇ ਰੋਟੀ ਖਾ ਲਈ ਤੇ ਪੈਣ ਲੱਗੇ। 10 ਵਜੇ ਦਾ ਵਕਤ ਹੋ ਗਿਆ ਸੀ। 4 ਮੰਜੇ ਨਿੱਤ ਵਾਂਗ ਉਹਨਾਂ ਨੇ ਚੁਬਾਰੇ ਅੱਗੇ ਹੀ ਡਾਹ ਲਏ ਤੇ ਆਪੋ ਆਪਣੇ ਵਿਛਾ ਵੀ ਲਏ। ਰੋਟੀ ਵੀ ਤਕਸੀਮ ਨੇ ਇੱਕ ਦਿਨ ਉੱਥੇ ਉਹਨਾਂ ਨਾਲ ਖਾਧੀ। ਉਹ ਘਰ ਨੂੰ ਜਾਣ ਲੱਗਿਆ ਤਾਂ ਲਖਬੀਰ ਕਹਿੰਦਾ, ਤਕਸੀਮ ਕੱਚੇ ਰਹਿ ਗਏ ਯਾਰ, ਹੋਰ ਮੰਗਾਈਏ? ਨਾ, ਮੈਂ ਤਾਂ ਬਿਲਕੁਲ ਠੀਕ ਆ, ਤਕਸੀਮ ਨੇ ਜਵਾਬ ਦਿੱਤਾ ਤੇ ਚੁਬਾਰੇ ਦੀਆਂ ਪੌੜੀਆਂ ਉਤਰਨ ਲਈ ਕਾਹਲ ਨਾਲ ਪੈਰ ਪੁੱਟਿਆ। ਓਏ ਤੂੰ ਠਹਿਰ ਤਾਂ ਸਹੀ। ਲਖਬੀਰ ਦੇ ਕੜਕਵੇਂ ਬੋਲ ਨੇ ਜਿਵੇਂ ਉਹਦੇ ਪੈਰਾਂ ਨੂੰ ਸੰਗਲ ਮਾਰ ਲਿਆ ਹੋਵੇ। ਠਾਂ ਪੈਰ ਰੱਖ ਕੇ ਉਹਨੇ ਫਿਰ ਉਤਾਂ ਚੁੱਕ ਲਿਆ। ਕਹਿਣ ਲੱਗਿਆ, ਛੇਤੀ ਦੱਸ, ਖਾਸਾ ਹਨੇਰਾ ਹੋ ਗਿਆ, ਘਰ ਦੇ ਉਡੀਕਦੇ ਹੋਣਗੇ। ਹਾਂ, ਘਰ ਦੇ ਉਡੀਕਦੇ ਹੋਣਗੇ ਤੈਨੂੰ ਮਹੀਵਾਲ ਨੂੰ, ਭਰਪੂਰ ਨੇ ਝੋਟ ਕੀਤੀ। ਆ ਫੜ 10 ਰੁਪਏ, ਭਰਪੂਰ ਨੂੰ ਨਾਲ ਲੈ ਜਾ। 1 ਬੋਤਲ ਹੋਰ ਫੜ ਲਿਆ।
ਲਖਬੀਰ ਨੇ ਹੁਕਮ ਵਾਂਗ ਕਹਿਤਾ। ਤਕਸੀਮ ਨੇ ਉਹਦਾ ਕਹਿਣਾ ਨਹੀਂ ਮੋੜਿਆ। ਇਹ ਵੀ ਸ਼ਾਇਦ ਨਹੀਂ ਸੋਚਿਆ ਹੋਏਗਾ ਕਿ ਰੋਟੀ ਤਾਂ ਖਾ ਲਈ ਸਭ ਨੇ, ਰੋਟੀ ਤੋਂ ਬਾਅਦ ਕੌਣ ਪੀਂਦਾ। ਭਰਪੂਰ ਨੂੰ ਕਹਿਣ ਲੱਗਿਆ, ਚੱਲ ਬਈ ਹੋ ਖੜਾ। ਭਰਪੂਰ ਕਹਿੰਦਾ, ਚੱਲ ਕੁੜਤਾ ਪਾ ਲਵਾਂ ਮੈਂ। ਤਕਸੀਮ 10 ਦਾ ਨੋਟ ਲੈ ਕੇ ਹੌਲੀ ਹੌਲੀ ਪੌੜੀਆਂ ਉਤਰਨ ਲੱਗਿਆ। ਭਰਪੂਰ ਅਜੇ ਖੜਾ ਸੀ ਤੇ ਮੁਸਕਰਾ ਰਿਹਾ ਸੀ। ਲਖਬੀਰ ਨੇ ਉਹਦੇ ਕੰਨ 'ਚ ਕੋਈ ਗੱਲ ਸਮਝਾਈ। ਉਹ ਵੀ ਫੇਰ ਉਹਦੇ ਮਗਰ ਦਗੜ ਦਗੜ ਪੌੜੀਆਂ ਉਤਰ ਗਿਆ। ਸ਼ਰਾਬ ਦਾ ਠੇਕਾ ਮਜਬੀਆਂ ਵਿਹੜੇ ਸੀ। ਉਹਨਾਂ ਦੇ ਘਰ ਅਗੜੇ ਦੁਗੜੇ ਜਿਹੇ ਬਣੇ ਹੋਏ ਸਨ। ਕੋਈ ਤਰਤੀਬ ਨਹੀਂ ਸੀ। ਗਲੀਆਂ ਬਹੁਤ ਤੰਗ ਸਨ ਤੇ ਸਿੱਧੀਆਂ ਨਹੀਂ ਸਨ। ਬਗਾਨੇ ਆਦਮੀ ਨੂੰ ਪਤਾ ਲਾਉਣਾ ਮੁਸ਼ਕਲ ਸੀ ਕਿ ਕੋਈ ਗਲੀ ਕਿੱਧਰ ਨੂੰ ਜਾਂਦੀ ਹੈ ਤੇ ਫਿਰ ਕਿੱਥੇ ਜਾ ਕੇ ਖਤਮ ਹੋ ਜਾਂਦੀ ਹੈ। ਅਗਾਂਹ ਕਿਸੇ ਰਾਹ ਤੇ ਨਿਕਲ ਵੀ ਜਾਂਦੀ ਹੈ ਜਾਂ ਘਰਾਂ 'ਚ ਜਾ ਕੇ ਬੰਦ ਹੋ ਜਾਂਦੀ ਹੈ। ਅੱਗੇ ਅੱਗੇ ਤਕਸੀਮ ਜਾ ਰਿਹਾ ਸੀ, ਪਿੱਛੇ ਪਿੱਛੇ ਭਰਪੂਰ ਕਹਿੰਦਾ ਜਾ ਰਿਹਾ ਸੀ, ਤੂੰ ਹੀ ਲੱਗੀ ਚੱਲ ਯਾਰ ਮੂਹਰੇ, ਤੂੰ ਤਾਂ ਸਿਆਣੂ ਹੈ ਠੇਕੇ ਦਾ, ਮੈਂ ਤਾਂ ਕਦੇ ਆਇਆ ਨਹੀਂ ਇੱਧਰ। ਇੱਕ ਗਲੀ ਦੇ ਮੋੜ ਉੱਤੇ ਜਾ ਕੇ ਤਕਸੀਮ ਗਾਂਹ ਲੰਘ ਗਿਆ ਤੇ ਭਰਪੂਰ ਪਿੱਛੇ ਰਹਿ ਗਿਆ। ਭਰਪੂਰ ਪਿੱਛੇ ਹੀ ਮੁੜ ਆਇਆ। ਬਹੁਤ ਤੇਜ਼ ਭੱਜ ਕੇ ਆਪਣੇ ਚੁਬਾਰੇ ਦੀਆਂ ਪੌੜੀਆਂ ਆ ਚੜ੍ਹਿਆ। ਚੁਬਾਰੇ ਅੱਗਿਓਂ ਆਪਣਾ ਬਿਸਤਰਾ ਨਹੀਂ ਚੁੱਕਿਆ। ਚੁਬਾਰੇ ਦੀ ਛੱਤ ਉੱਤੇ ਹਮੇਸ਼ਾ ਹੀ 2 ਢਿਲਕੇ ਜੇ ਪੁਰਾਣੇ ਬਾਣ ਦੇ ਮੰਜੇ ਪਏ ਰਹਿੰਦੇ ਸੀ। ਨਾ ਤਾਂ ਉਹਨਾਂ ਨੂੰ ਮੀਂਹ ਕਣੀ 'ਚ ਹੇਠਾਂ ਲਾਇਆ ਜਾਂਦਾ, ਨਾ ਜੇਠ ਹਾੜ ਦੀ ਧੁੱਪ 'ਚ। ਹਮੇਸ਼ਾ ਹੀ ਉਹ ਖੁੱਲ੍ਹੇ ਆਕਾਸ਼ ਹੇਠ ਤਪਦੇ ਸੜਦੇ ਰਹਿੰਦੇ। ਕਦੇ ਕਿਸੇ ਨੇ ਚੁਬਾਰੇ ਉੱਤੇ ਸੌਣਾ ਹੁੰਦਾ ਤਾਂ ਸੌਂ ਜਾਂਦਾ। ਆਮ ਤੌਰ 'ਤੇ ਉਹ ਚੁਬਾਰੇ ਦੇ ਅੱਗੇ ਹੀ ਪੈਂਦੇ। ਬਹੁਤੀ ਗਰਮੀ ਹੁੰਦੀ ਤਾਂ ਸਟੂਲ ਰੱਖ ਕੇ ਟੇਬਲ ਫੈਨ ਲਾ ਲੈਂਦੇ। ਸਾਰੀ ਰਾਤ ਹਵਾ ਦੇ ਫਰਾਟੇ ਚਾਰੇ ਮੰਜਿਆਂ ਦੇ ਉੱਤੇ ਦੀ ਗੁਜ਼ਰਦੇ ਰਹਿੰਦੇ। ਮੱਛਰ ਵੀ ਦੂਰ ਰਹਿੰਦਾ। ਭਰਪੂਰ ਨੇ ਇੱਕ ਚਾਦਰ ਲਈ ਤੇ ਉਹਨੂੰ ਚੁਬਾਰੇ ਦੀ ਛੱਤ ਉੱਤੇ ਪਏ ਇੱਕ ਮੰਜੇ ਉੱਤੇ ਵਿਛਾ ਕੇ ਆਰਾਮ ਨਾਲ ਸੌਂ ਗਿਆ। ਕੋਈ 1 ਘੰਟੇ ਬਾਅਦ ਤਕਸੀਮ ਦੀ ਪੈੜ ਚਾਲ ਪੌੜੀਆਂ 'ਚ ਹੋਈ। ਚੁਬਾਰੇ ਅੱਗੇ ਪਿਆ, ਤਿੰਨਾਂ 'ਚੋਂ ਕੋਈ ਨਾ ਕੁਸਕਿਆ। ਲਖਬੀਰ, ਤਕਸੀਮ ਨੇ ਉੱਤੋਂ ਆ ਕੇ ਭਰੜਾਇਆ ਜਿਹਾ ਬੋਲ ਕੱਢਿਆ। ਕੋਈ ਨਹੀਂ ਬੋਲਿਆ। ਲਖਬੀਰ ਸੌਂ ਗਿਆ? ਉਹ ਫੇਰ ਰੋਣ ਵਾਲਿਆਂ ਵਾਂਗ ਬੋਲਿਆ। ਕਿਉਂ, ਕੀ ਹੈ? ਮੈਂ ਆ। ਤਕਸੀਮ ਸਾਲਿਆ, ਇੰਨਾ ਚਿਰ ਅਸੀਂ ਤਾਂ ਸੌਂ ਵੀ ਗਏ। ਲਖਬੀਰ ਨੇ ਮੰਜੇ ਤੋਂ ਬੈਠਾ ਹੋ ਕੇ ਰੋਬ ਝਾਕਿਆ। ਯਾਰ ਬੋਤਲ ਤਾਂ ਮੈਂ ਲੈ ਕੇ ਨਹੀਂ ਆਇਆ। ਭਰਪੂਰ ਨਹੀਂ ਅਪੜਿਆ। ਭਰਪੂਰ ਕਿੱਥੇ ਆ? ਭਰਪੂਰ ਇੱਥੇ ਨਹੀਂ ਆਇਆ। ਨਾ, ਇੱਥੇ ਕਿੱਥੇ ਆ? ਤਾਂ ਫਿਰ ਕਿੱਧਰ ਛੱਡ ਆਇਆ ਤੂੰ ਉਹਨੂੰ? ਤਕਸੀਮ ਥਰ ਥਰ ਕੰਬਣ ਲੱਗਿਆ। ਤੈਨੂੰ ਪਤਾ ਉਸੇ ਮਜਬੀਆਂ ਵਿਹੜੇ ਪਿਛਲੇ ਸਾਲ ਬੰਦਾ ਮਾਰਤਾ ਸੀ, ਭੁਲੇਖੇ ਵਿੱਚ ਹੀ ਕਿਤੇ। ਲਖਬੀਰ ਉਹਦੇ ਬਹੁਤ ਕੋਲ ਆ ਕੇ ਪੁੱਛ ਰਿਹਾ ਸੀ। ਤਕਸੀਮ ਚੁੱਪ ਖੜਾ ਤੇ ਕੰਬ ਰਿਹਾ ਸੀ। ਜਾ ਲਿਆ ਭਾਲ ਕੇ ਉਹਨੂੰ। ਬੰਦਾ ਗਲ ਪਵਾ ਲਏਗਾ। ਇਉਂ ਕਿਵੇਂ ਚਲਿਆ ਗਿਆ ਉਹ ਤੇਰੇ ਨਾਲੋਂ? ਕਿੱਧਰ ਗਿਆ? ਲਖਬੀਰ ਨੇ ਗੰਭੀਰਤਾ ਦਾ ਪੱਲਾ ਬਹੁਤ ਘੁੱਟ ਕੇ ਫੜਿਆ ਹੋਇਆ ਸੀ। ਓਏ ਮੈਂ ਚੱਲਾਂ ਨਾਲ, ਜਸਵਿੰਦਰ ਨੇ ਮੰਜੇ ਤੋਂ ਬੈਠਾ ਹੋ ਕੇ ਪੁੱਛਿਆ। ਤਕਸੀਮ ਦੇ ਮੂੰਹ 'ਚ ਬੋਲ ਨਹੀਂ ਸੀ। 10 ਦਾ ਨੋਟ ਜਿਹੜਾ ਅਜੇ ਤੱਕ ਤੈਅ ਕਰਕੇ ਉਹਦੇ ਹੱਥ 'ਚ ਘੁੱਟਿਆ ਹੋਇਆ ਸੀ, ਉਹ ਹੁਣ ਉਹਨੇ ਆਪਣੀ ਜੇਬ 'ਚ ਪਾ ਲਿਆ। ਜਸਵਿੰਦਰ ਜਾ ਯਾਰ, ਇਹਨੂੰ ਤਾਂ ਜੋ ਕੁਝ ਹੋਊਗਾ ਸੋ ਹੋਊਗਾ ਹੀ, ਆਪਾਂ ਨੂੰ ਵੀ ਪੁਲਿਸ ਨਾ ਦਬੱਲੀ ਫਿਰੇ। ਲਖਬੀਰ ਨੇ ਇਹ ਕਹਿ ਕੇ ਤਕਸੀਮ ਦੇ ਦਿਮਾਗ ਵਿਚਲੇ ਬਿਖਰੇ ਡਰ ਨੂੰ ਵੱਟ ਚਾੜ ਦਿੱਤਾ। ਤਕਸੀਮ ਦਾ ਕਾਲਜਾ ਹੋਰ ਧੜਕਣ ਲੱਗਿਆ। ਉਹ ਤੇ ਜਸਵਿੰਦਰ ਪੌੜੀਆਂ ਉਤਰ ਆਏ। ਮਜਬੀਆਂ ਵਿਹੜੇ ਜਾ ਕੇ ਉਸੇ ਗਲੀ 'ਚ ਜਾ ਦਾਖਲ ਹੋਏ। ਉਹ ਤੇਰੇ ਨਾਲ ਕਿੱਥੇ ਜੇ ਨਿਖੜਿਆ ਸੀ? ਜਸਵਿੰਦਰ ਨੇ ਪੁੱਛਿਆ। ਉਹ ਮੋੜ ਉੱਤੇ ਆ ਕੇ ਤਕਸੀਮ ਨੇ ਕਿਹਾ, ਇੱਥੇ। ਉਹ ਹੋਰ ਗਾਂਹ ਤੁਰਦੇ ਗਏ। ਅੱਗੇ ਅੱਗੇ ਤਕਸੀਮ ਤੇ ਉਹ ਤੋਂ 10 ਕੁ ਕਦਮ ਪਿਛਾਂ ਜਸਵਿੰਦਰ। ਅਗਲਾ ਮੋੜ ਆਇਆ ਤਾਂ ਜਸਵਿੰਦਰ ਨੇ ਆਪਣੇ ਜੋੜੇ ਹੱਥਾਂ 'ਚ ਫੜੇ ਤੇ ਸਿਰ ਮੁੱਧ ਪਿਛਾਂ ਨੂੰ ਭੱਜ ਕੇ ਚੁਬਾਰੇ ਦੀਆਂ ਪੌੜੀਆਂ ਆ ਚੜਿਆ। ਉਹਦਾ ਸਾਹ ਚੜਿਆ ਹੋਇਆ ਸੀ। ਭਰਪੂਰ ਨਾਲੋਂ ਬਹੁਤ ਤੇਜ਼ ਭੱਜ ਕੇ ਆਇਆ ਸੀ। ਪਹੁੰਚਿਆ ਤਾਂ ਚੁਬਾਰੇ ਉੱਤੇ ਭਰਪੂਰ ਵੀ ਹੱਸਣ ਲੱਗਿਆ। ਓਏ ਹੌਲੀ ਹੱਸੋ, ਆ ਨਾ ਜਾਏ ਕਿਤੇ ਉਹ। ਭਰਪੂਰ ਨੂੰ ਨਾ ਬੋਲ ਓਏ। ਜਸਵਿੰਦਰ ਤੂੰ ਜਾ ਉੱਤੇ, ਕੱਪੜਾ ਲੈ ਜਾ ਕੋਈ, ਪੈ ਜਾ ਬਸ। ਲਖਬੀਰ ਦੀ ਗੰਭੀਰਤਾ ਕਾਇਮ ਸੀ। ਸਾਰੇ ਚੁੱਪਚਾਪ ਪਏ ਹੋਏ ਸਨ। ਇਸ ਵਾਰ 2 ਘੰਟਿਆਂ ਬਾਅਦ ਤਕਸੀਮ ਦੀ ਪੈੜ ਚਾਲ ਪੌੜੀਆਂ 'ਚ ਹੋਈ, ਬਹੁਤ ਧੀਮੀ। ਲਖਬੀਰ? ਉਹ ਬੋਲਿਆ ਨਹੀਂ। ਲਖਬੀਰ ਸੌਂ ਗਿਆ? ਤਕਸੀਮ ਸਾਲਿਆ ਕਿੱਥੇ ਰਿਹਾ ਹੁਣ ਤਾਈਂ? ਜਸਵਿੰਦਰ? ਤਕਸੀਮ ਕੰਬ ਨਹੀਂ ਰਿਹਾ ਸੀ, ਸੁੰਨ ਖੜਾ ਸੀ। ਉਹ ਬੋਲਦਾ ਨਹੀਂ। ਜਸਵਿੰਦਰ ਨਹੀਂ ਆਇਆ? ਬਹੁਤ ਮੱਧਮ ਆਵਾਜ਼ 'ਚ ਤਕਸੀਮ ਨੇ ਪੁੱਛਿਆ।
ਇੱਥੇ ਕਿੱਥੇ ਹੈ? ਤਕਸੀਮ ਬੁੱਤ ਬਣਿਆ ਖੜਾ ਸੀ। ਹੁਣ 2 ਖੂਨ ਗਲ ਪੈਣਗੇ ਪੁੱਤ ਮੇਰਿਆ। ਕਿਵੇਂ ਕਰੀਏ ਫਿਰ? ਤਕਸੀਮ ਦੀ ਅੱਧ-ਮਰੀ ਆਵਾਜ਼ ਸੀ। ਜਾ, ਜਿੰਨਾ ਚਿਰ ਪਤਾ ਨਾ ਲੱਗੇ ਆਈ ਨਾ। ਇੱਥੇ ਦੱਸ ਕੀ ਲੈਣ ਆਇਆ? ਤਕਸੀਮ ਖੜਾ ਸੀ। ਓਏ ਮੈਂ ਚੱਲਾਂ, ਹਰਨੀਕ ਨੇ ਮੰਜੇ ਤੋਂ ਬੈਠਾ ਹੋ ਕੇ ਪੁੱਛਿਆ, ਬਹੁਤ ਗੰਭੀਰ ਆਵਾਜ਼ 'ਚ। ਜਾ ਯਾਰ, ਲਿਆ ਪਲਵਾ ਕੇ। ਬੰਦੇ ਨੁਕਸਾਨੇ ਗਏ ਤਾਂ ਆਪਾਂ ਵੀ ਮਾਰੇ ਜਾਵਾਂਗੇ। ਉਹ ਪੌੜੀਆਂ ਉਤਰ ਗਏ। ਅੱਗੇ ਅੱਗੇ ਤਕਸੀਮ, ਪਿੱਛੇ ਪਿੱਛੇ ਹਰਨੇਕ। ਮਜਮੀਆਂ ਵਿਹੜੇ ਜਾ ਕੇ ਉਸੇ ਗਲੀ ਅੰਦਰ ਦਾਖਲ ਹੋਏ। ਹਰਨੇਕ ਉਹ ਤੋਂ 10 ਕਦਮ ਪਿਛਾਂਹ ਸੀ। ਓਏ ਕਿੱਥੇ ਕਿ ਨਿਖੜਿਆ ਸੀ ਤੈਥੋਂ ਜਸਵਿੰਦਰ? ਉਸ ਮੋੜ ਉੱਤੇ ਆ ਕੇ ਤਕਸੀਮ ਨੇ ਕਿਹਾ। ਇੱਥੇ, ਤੇ ਅਗਾਂਹ ਤੁਰਦਾ ਗਿਆ, ਪਿੱਛੇ ਪਿੱਛੇ ਹਰਨੇਕ। ਉਹ ਤੋਂ ਅਗਲੇ ਮੋੜ ਉੱਤੇ ਤਕਸੀਮ ਗਾਂਹ ਹੋਇਆ ਤਾਂ ਹਰਨੇਕ ਨੇ ਵੀ ਜੋੜੇ ਲਾ ਲਏ। ਤਕਸੀਮ ਪਤਾ ਨਹੀਂ ਕਿੱਥੇ ਕਿੱਥੇ ਭੌਂਕਦਾ ਰਿਹਾ ਹੋਏਗਾ। ਇਸ ਵਾਰ ਉਹ ਮੁੜਿਆ ਨਹੀਂ। ਕੋਈ 3 ਘੰਟਿਆਂ ਬਾਅਦ ਉਹ ਚਾਰੇ ਇੱਕੋ ਮੰਜੇ ਉੱਤੇ ਬੈਠ ਕੇ ਉਹਦੀਆਂ ਗੱਲਾਂ ਕਰਨ ਲੱਗੇ। ਹੱਸਦੇ ਹੱਸਦੇ ਗੰਭੀਰ ਹੋ ਗਏ ਤੇ ਫਿਰ ਚਾਰੇ ਜਣੇ ਉਹਨੂੰ ਲੱਭਣ ਲਈ ਮਜਬੀਆਂ ਵਿਹੜੇ ਨੂੰ ਤੁਰ ਪਏ। ਉਹ ਆਪਣੇ ਘਰ ਵੀ ਨਹੀਂ ਸੀ। ਪੌ ਫੁੱਟ ਰਹੀ ਸੀ। ਤਕਸੀਮ ਦਾ ਕੋਈ ਪਤਾ ਨਹੀਂ ਲੱਗ ਰਿਹਾ ਸੀ। ਧੰਨਵਾਦ। ਅਗਲੀ ਕਹਾਣੀ ਹੈ ਅਸਲੀ ਤੇ ਪੁਰਾਣੀ ਦੁਕਾਨ। ਉਸ ਸ਼ਹਿਰ ਵਿੱਚ ਮੇਰਾ ਦੋਸਤ 15 ਵਰ੍ਹਿਆਂ ਤੋਂ ਸੀ। ਇਸ ਦੌਰਾਨ ਉਹਦੀ 2 ਵਾਰ ਬਦਲੀ ਹੋਈ, ਪਰ ਉਹਨੂੰ ਸਭ ਢੰਗ ਤਰੀਕੇ ਆਉਂਦੇ ਸਨ। ਅਫਸਰਾਂ ਕਲਰਕਾਂ ਨੂੰ ਜਾ ਕੇ ਮਿਲ ਲੈਂਦਾ ਤੇ ਉਹਦੀ ਬਦਲੀ ਰੱਦ ਹੋ ਜਾਂਦੀ। ਉਸ ਸ਼ਹਿਰ 'ਚ ਉਹਦੀ ਨਿਯੁਕਤੀ ਹੋਈ ਸੀ। ਕਹਿੰਦਾ ਹੁੰਦਾ, ਹੁਣ ਤਾਂ ਇੱਥੋਂ ਹੀ ਸੇਵਾ ਮੁਕਤ ਹੋਵਾਂਗੇ। ਇਹਨਾਂ 15 ਸਾਲਾਂ 'ਚ ਉਹਨੇ ਸ਼ਹਿਰ ਦੀ ਸਾਰੀ ਜਾਣਕਾਰੀ ਹਾਸਲ ਕਰ ਲਈ। ਸ਼ਹਿਰ ਦੇ ਲੋਕਾਂ ਨਾਲ ਨੇੜੇ ਦੇ ਸੰਬੰਧ ਪੈਦਾ ਕਰ ਲਏ, ਜਿਵੇਂ ਉਹ ਉਸੇ ਸ਼ਹਿਰ ਦਾ ਪੱਕਾ ਵਸਨੀਕ ਹੋਵੇ। ਟ੍ਰੇਨਿੰਗ ਅਸੀਂ ਇਕੱਠਿਆਂ ਨੇ ਕੀਤੀ ਸੀ। 1 ਸਾਲ ਵਿੱਚ ਹੀ ਸਾਡੀ ਗੂੜੀ ਮਿੱਤਰਤਾ ਬਣ ਗਈ। ਬਾਅਦ ਵਿੱਚ ਇੱਕ ਦੂਜੇ ਨੂੰ ਲੰਬੇ ਲੰਬੇ ਖੱਤ ਲਿਖਦੇ ਤੇ ਕਦੇ-ਕਦੇ ਮਿਲਦੇ ਵੀ। ਮਿਲਦੇ ਤਾਂ ਟ੍ਰੇਨਿੰਗ ਵੇਲੇ ਕੀਤੀਆਂ ਸ਼ਰਾਰਤਾਂ ਨੂੰ ਯਾਦ ਕਰਦੇ। ਇੰਜ ਕਰਨ ਨਾਲ ਹੁਣ ਦੀ ਬੇਰਸ ਜ਼ਿੰਦਗੀ ਨੂੰ ਕੋਈ ਸਕੂਨ ਜਿਹਾ ਮਿਲਦਾ। ਇਹ ਨੌਕਰੀ ਦੀ ਜ਼ਿੰਦਗੀ ਤਾਂ ਕੋਈ ਬੋਝ ਬਣ ਕੇ ਰਹਿ ਗਈ ਸੀ। ਪਹਿਲਾਂ ਇੱਕ ਦੂਜੇ ਤੋਂ ਬਹੁਤ ਦੂਰ ਬੈਠੇ ਹੋਏ ਸਾਂ। ਫਿਰ ਮੇਰੀ ਬਦਲੀ ਉਹਦੇ ਸ਼ਹਿਰ ਨੇੜੇ ਹੋ ਗਈ। ਫਿਰ ਤਾਂ ਅਸੀਂ ਅਕਸਰ ਹੀ ਮਿਲਦੇ ਰਹਿੰਦੇ। ਕਿਸੇ ਸ਼ਨਿਚਰਵਾਰ ਉਹ ਮੇਰੇ ਕੋਲ ਹੁੰਦਾ, ਕਿਸੇ ਸ਼ਨਿਚਰਵਾਰ ਮੈਂ ਉਹਦੇ ਕੋਲ। ਜਿੱਥੇ ਮੈਂ ਸਾਂ ਉਹ ਇੱਕ ਛੋਟਾ ਕਸਬਾ ਸੀ। ਉੱਥੇ ਕੋਈ ਸਿਨੇਮਾ ਘਰ ਨਹੀਂ ਸੀ। ਦੋਸਤ ਦੇ ਸ਼ਹਿਰ 2 ਸਿਨੇਮੇ ਸਨ। ਜਦੋਂ ਵੀ ਮੈਂ ਉਹਦੇ ਸ਼ਹਿਰ ਜਾਂਦਾ, ਅਸੀਂ ਕੋਈ ਫਿਲਮ ਜ਼ਰੂਰ ਦੇਖਦੇ। ਚਾਹੇ ਕੋਈ ਫਿਲਮ ਹੁੰਦੀ, ਚੰਗੀ ਮਾੜੀ, ਦੇਖਦੇ ਜ਼ਰੂਰ। ਉਸ ਸ਼ਹਿਰ ਦੇ ਨਵੇਂ ਸਿਨੇਮਾ ਘਰ 'ਚ ਸੀਟਾਂ ਦਾ ਪ੍ਰਬੰਧ ਚੰਗਾ ਸੀ। ਪੁਰਾਣੇ ਸਿਨੇਮੇ 'ਚ ਤਾਂ ਫੱਟੀਆਂ ਵਾਲੀਆਂ ਕੁਰਸੀਆਂ ਸਨ, ਉਹ ਵੀ ਉਖੜੀਆਂ ਤੇ ਟੁੱਟੀਆਂ। ਉਹਨਾਂ ਉੱਤੇ ਉੱਠ ਕੇ ਤਾਂ ਪਾਸੇ ਅੰਬ ਜਾਂਦੇ। ਜਦੋਂ ਫਿਲਮ ਦਾ ਇੰਟਰਵਲ ਹੁੰਦਾ ਤਾਂ ਅਸੀਂ ਬਾਹਰ ਆ ਕੇ ਬੁੱਢੇ ਬਾਬੇ ਦੇ ਸਮੋਸੇ ਖਾਂਦੇ। ਕਮਾਲ ਦੇ ਸਮੋਸੇ ਬਣਾ ਕੇ ਲਿਆਉਂਦਾ ਉਹ। ਉਹਨਾਂ ਦਾ ਆਕਾਰ ਬਾਜ਼ਾਰ ਦੇ ਆਮ ਸਮੋਸਿਆਂ ਨਾਲੋਂ ਵੱਡਾ ਹੁੰਦਾ। ਉਹਨਾਂ 'ਚ ਮਟਰ ਤੇ ਹਰਾ ਧਨੀਆ, ਫੇਰ ਅਮਚੂਰ, ਪਤਾ ਨਹੀਂ ਕੀ ਕੁਝ ਪਾ ਕੇ ਲਿਆਉਂਦਾ। ਸਮੋਸਾ ਖਾਣ ਬਾਅਦ ਵੀ ਮੂੰਹ ਦੇ ਪਚਾਕੇ ਵੱਜਦੇ ਰਹਿੰਦੇ। ਕਿਆ ਬਾਤ ਸੀ ਉਹਨਾਂ ਸਮੋਸਿਆਂ ਦੀ। ਜਿਵੇਂ ਫਿਲਮ ਦੇਖਣ ਨਹੀਂ, ਸਮੋਸੇ ਖਾਣੀ ਅਸੀਂ ਉਸ ਨਵੇਂ ਸਿਨੇਮੇ ਘਰ ਜਾਂਦੇ ਹੋਈਏ। ਬੁੱਢਾ ਬਾਬਾ ਉਮਰ ਦਾ ਕਾਫੀ ਬੁੱਢਾ ਲੱਗਦਾ। ਉਹਦੇ ਕੱਪੜੇ ਥੰਦੇ ਥੰਧਾਰ ਹੁੰਦੇ, ਕੁੜਤਾ ਤੇ ਧੋਤੀ ਮੈਲ ਦੇ ਭਰੇ ਹੋਏ। ਸਿਰ ਦੀ ਪਗੜੀ ਵੀ ਜਿਵੇਂ ਨਵੀਂ ਖਰੀਦ ਕੇ ਬੰਨੀ, ਮੁੜ ਕਦੇ ਨਾ ਧੋਤੀ ਹੋਵੇ। ਬੁੱਢੇ ਦੇ ਸਿਰ 'ਚ ਗੰਜ ਸੀ। ਪਗੜੀ 'ਚੋਂ ਗੰਜ ਵਾਲਾ ਸਿਰ ਦਾ ਹਿੱਸਾ ਸਾਫ਼ ਨੰਗਾ ਦਿਖਾਈ ਦਿੰਦਾ। ਬੁੱਢੇ ਬਾਬੇ ਦਾ ਰੰਗ ਗੋਰਾ ਸੀ। ਉਹਦੀਆਂ ਅੱਖਾਂ ਥੱਲੇ ਦਾਖੀ ਗੋਲ ਘੇਰੇ ਸੁੱਜੇ ਸੁੱਜੇ ਲੱਗਦੇ। ਦਾੜੀ ਮੁੰਨੀ ਹੋਈ, ਪਰ ਕਰਚੇ ਖੜੇ ਦੇ ਖੜੇ। ਮੁੱਛਾਂ ਕੁੰਡਲਦਾਰ ਬਣਾ ਕੇ ਰੱਖੀਆਂ ਹੋਈਆਂ। ਕੁੜਤੇ ਹੇਠ ਮੈਲੇ ਲੱਠੇ ਦੀ ਝੱਗੀ ਪਾਉਂਦਾ। ਝੱਗੀ ਦੀਆਂ ਦੋਵੇਂ ਜੇਬਾਂ 'ਚ ਨੋਟਾਂ ਦੀਆਂ ਥਈਆਂ। ਪੈਰਾਂ ਭਾਰ ਬੈਠਾ ਬੜੀ ਫੁਰਤੀ ਨਾਲ ਗਾਹਕਾਂ ਨੂੰ ਭੁਗਤਾਉਂਦਾ। ਚਟਨੀ ਨਹੀਂ ਹੁੰਦੀ ਸੀ। ਚਟਨੀ ਦੀ ਤਾਂ ਲੋੜ ਹੀ ਨਾ ਰਹਿੰਦੀ। ਸੁੱਕੇ ਸਮੋਸਿਆਂ 'ਚ ਕੁੱਲ ਦੁਨੀਆ ਦਾ ਸਵਾਦ ਭਰਿਆ ਹੁੰਦਾ। ਰੱਦੀ ਕਾਗਜ਼ ਉੱਤੇ ਸਮੋਸਾ ਰੱਖ ਕੇ ਦਿੰਦਾ। ਇੱਕ ਵੀ ਸਮੋਸਾ ਉਹਦਾ ਮੁੜ ਕੇ ਨਾ ਜਾਂਦਾ। ਇੰਟਰਵਲ ਖਤਮ ਹੋਣ ਤੋਂ ਪਹਿਲਾਂ ਸਾਰੇ ਸਮੋਸੇ ਵਿਕ ਜਾਂਦੇ। ਬੁੱਢੇ ਬਾਬੇ ਦੇ ਸਮੋਸਿਆਂ ਨੂੰ ਤਾਂ ਲੋਕ ਗਿਰਜਾਂ ਵਾਂਗ ਟੁੱਟ ਕੇ ਪੈ ਜਾਂਦੇ। ਉਸ ਸ਼ਹਿਰ ਬੱਸ ਅੱਡੇ ਤੇ ਜਾ ਕੇ ਮੈਂ ਉਤਰਦਾ ਤਾਂ ਰਿਕਸ਼ਾ ਲੈ ਕੇ ਘਰ ਨੂੰ ਜਾਂਦਿਆਂ ਬਿਜਲੀ ਖੰਭੇ ਨਾਲ ਟੰਗਿਆ ਵੱਡਾ ਫੱਟਾ, ਜਿਹੜਾ ਸਭ ਤੋਂ ਪਹਿਲਾਂ ਦੇਖਣ ਨੂੰ ਮਿਲਦਾ, ਉਸ ਉੱਤੇ ਲਾਲ ਅੱਖਰਾਂ 'ਚ ਮੋਟਾ ਕਰਕੇ ਲਿਖਿਆ ਹੁੰਦਾ, ਖੇਤਾ ਰਾਮ ਹਲਵਾਈ ਦੀ ਅਸਲੀ ਤੇ ਪੁਰਾਣੀ ਦੁਕਾਨ ਰੇਲਵੇ ਰੋਡ ਉੱਤੇ ਹੀ ਹੈ। ਅੱਗੇ ਜਾ ਕੇ ਨਾਕਾ ਚੁੰਗੀ ਦੀ ਕੰਧ ਨਾਲ ਇੱਕ ਹੋਰ ਫੱਟਾ ਲਟਕ ਰਿਹਾ ਹੁੰਦਾ। ਬਿਲਕੁਲ ਉਸੇ ਸ਼ਕਲ ਦਾ ਫੱਟਾ
ਉਹੀ ਲਾਲ ਅੱਖਰ ਖੇਤਾ ਰਾਮ ਹਲਵਾਈ ਦੀ ਅਸਲੀ ਤੇ ਪੁਰਾਣੀ ਦੁਕਾਨ ਰੇਲਵੇ ਰੋਡ ਤੋਂ ਹੁਣ ਗਊਸ਼ਾਲਾ ਰੋਡ ਤੇ ਆ ਗਈ ਹੈ। ਸ਼ਹਿਰ 'ਚ ਅਨੇਕਾਂ ਥਾਵਾਂ ਉੱਤੇ ਅਜਿਹੇ ਹੋਰ ਕਈ ਫੱਟੇ ਲੱਗੇ ਹੋਏ ਸਨ, ਅਲੱਗ-ਅਲੱਗ ਇਬਾਰਤਾਂ ਵਾਲੇ। ਖੇਤਾ ਰਾਮ ਹਲਵਾਈ ਦੀ 40 ਸਾਲਾ ਅਸਲੀ ਤੇ ਪੁਰਾਣੀ ਦੁਕਾਨ ਰੇਲਵੇ ਰੋਡ ਉੱਤੇ ਪਹਿਲਾਂ ਵਾਲੀ ਜਗ੍ਹਾ ਉੱਤੇ ਹੀ ਹੈ। ਖੇਤਾ ਰਾਮ ਹਲਵਾਈ ਦੀ ਕੋਈ ਵੀ ਦੁਕਾਨ ਗਊਸ਼ਾਲਾ ਰੋਡ ਉੱਤੇ ਨਹੀਂ ਹੈ। ਖੇਤਾ ਰਾਮ ਹਲਵਾਈ ਦੀ ਅਸਲੀ ਤੇ ਪੁਰਾਣੀ ਦੁਕਾਨ ਹੁਣ ਗਊਸ਼ਾਲਾ ਰੋਡ ਉੱਤੇ ਚੁੱਕ ਲਿਆਂਦੀ ਹੈ, ਚਾਹੇ ਆਪ ਆ ਕੇ ਦੇਖ ਲਓ। ਖੇਤਾ ਰਾਮ ਹਲਵਾਈ ਦੀਆਂ ਦੇਸੀ ਘਿਓ ਦੀਆਂ ਜਲੇਬੀਆਂ ਰੇਲਵੇ ਰੋਡ ਵਾਲੀ ਅਸਲੀ ਤੇ ਪੁਰਾਣੀ ਦੁਕਾਨ ਤੋਂ ਮਿਲਦੀਆਂ ਹਨ। ਖੇਤਾ ਰਾਮ ਹਲਵਾਈ ਦੀਆਂ ਦੇਸੀ ਘਿਓ ਦੀਆਂ ਜਲੇਬੀਆਂ ਗਊਸ਼ਾਲਾ ਰੋਡ ਉੱਤੇ ਮਿਲਦੀਆਂ ਹਨ। ਖਾਓ ਤੇ ਮਜ਼ੇ ਲਓ। ਇੱਕ ਦਿਨ ਅਸੀਂ ਪਹਿਲਾਂ ਵਾਂਗ ਹੀ ਨਵੇਂ ਸਿਨੇਮੇ ਘਰ ਫਿਲਮ ਵੇਖਣ ਗਏ। ਇੰਟਰਵਲ 'ਚ ਬੁੱਢੇ ਬਾਬੇ ਦੇ ਸਮੋਸੇ ਖਾਧੇ ਤੇ ਫਿਲਮ ਦੇਖ ਕੇ ਘਰ ਆ ਗਏ। ਉਸ ਦਿਨ ਮੇਰੇ ਦਿਮਾਗ 'ਚ ਖੇਤਾ ਰਾਮ ਹਲਵਾਈ ਦੀ ਅਸਲੀ ਤੇ ਪੁਰਾਣੀ ਦੁਕਾਨ ਕੁਝ ਜ਼ਿਆਦਾ ਹੀ ਘੁੰਮ ਰਹੀ ਸੀ। ਰੋਟੀ ਖਾਣ ਬੈਠੇ ਤਾਂ ਮੈਂ ਗੱਲ ਛੇੜੀ, ਯਾਰ ਇਹ ਖੇਤਾ ਰਾਮ ਹਲਵਾਈ ਅਸਲੀ ਤੇ ਪੁਰਾਣੀ ਦੁਕਾਨ ਵਾਲਾ ਕੀ ਚੱਕਰ ਹੈ? ਥਾਂ ਥਾਂ ਫੱਟੇ। ਇਹ ਕੋਈ ਚੱਕਰ ਨਹੀਂ, ਬਸ ਦੁਕਾਨਦਾਰੀ ਦੀਆਂ ਚਲਾਕੀਆਂ ਨੇ। ਦੋਸਤ ਨੇ ਸਹਿਜ ਸੁਭਾਅ ਜਵਾਬ ਦਿੱਤਾ। ਫਿਰ ਵੀ ਇਹ ਕੌਣ ਹੈ ਖੇਤਾ ਰਾਮ ਹਲਵਾਈ? ਦੋਸਤ ਮੁਸਕਰਾਇਆ, ਬੋਲਿਆ, ਤੂੰ ਚੰਗੀ ਤਰ੍ਹਾਂ ਜਾਣਦਾ ਖੇਤਾ ਰਾਮ ਹਲਵਾਈ ਨੂੰ। ਮੈਂ ਜਾਣਦਾ? ਮੈਨੂੰ ਕੀ ਪਤਾ ਖੇਤਾ ਰਾਮ ਹਲਵਾਈ ਦਾ? ਜਾਣਦਾ ਹੈ, ਖੂਬ ਜਾਣਦਾ ਤੂੰ ਖੇਤਾ ਰਾਮ ਹਲਵਾਈ ਨੂੰ। ਬਈ ਕਮਾਲ ਹੈ, ਮੈਂ ਤਾਂ ਸਗੋਂ ਤੈਨੂੰ ਪੁੱਛ ਰਿਹਾ ਖੇਤਾ ਰਾਮ ਹਲਵਾਈ ਬਾਰੇ। ਇਉਂ ਨਹੀਂ ਤੂੰ ਸਮਝੇਗਾ, ਪਹਿਲਾਂ ਸਾਰੀ ਗੱਲ ਸੁਣ। ਅਸੀਂ ਰੋਟੀ ਸ਼ੁਰੂ ਕਰ ਲਈ ਸੀ। ਦੋਸਤ ਦੱਸਣ ਲੱਗਿਆ, ਖੇਤਾ ਰਾਮ ਹਲਵਾਈ ਦੀ ਅਸਲੀ ਤੇ ਪੁਰਾਣੀ ਦੁਕਾਨ ਅਸਲ 'ਚ ਰੇਲਵੇ ਰੋਡ ਉੱਤੇ ਹੀ ਹੈ। ਬਹੁਤ ਪੁਰਾਣੀ ਦੁਕਾਨ ਹੈ। ਉੱਥੇ ਅਸਲੀ ਦੇਸੀ ਘਿਓ ਦੀਆਂ ਜਲੇਬੀਆਂ ਪੱਕਦੀਆਂ ਨੇ। ਸਵੇਰ ਤੋਂ ਲੈ ਕੇ ਸ਼ਾਮ ਤੱਕ ਸਾਰਾ ਦਿਨ ਜਲੇਬੀਆਂ ਪੱਕਦੀਆਂ ਰਹਿੰਦੀਆਂ ਨੇ। ਨੇੜੇ ਤੇੜੇ ਦੇ ਪਿੰਡਾਂ ਵਿੱਚ ਵੀ ਇਹ ਜਲੇਬੀਆਂ ਪਹੁੰਚਦੀਆਂ ਨੇ। ਗਰਮ ਜਲੇਬੀਆਂ ਦੁਕਾਨ ਅੱਗੇ ਪਈ ਵੱਡੀ ਸਾਰੀ ਪਰਾਤ ਵਿੱਚ ਆ ਕੇ ਡਿੱਗਦੀਆਂ ਤੇ ਨਾਲ ਹੀ ਨਾਲ ਤੱਕੜੀ ਤੇ ਤੁਲ ਕੇ ਗਾਹਕਾਂ ਦੇ ਹੱਥਾਂ ਉੱਤੇ ਟਿਕਦੀਆਂ ਤੁਰੀਆਂ ਜਾਂਦੀਆਂ ਨੇ। ਬੋਰਡ ਦੇ ਹਰੇ ਪੱਤਿਆਂ ਉੱਤੇ ਧਰ ਕੇ ਜਲੇਬੀਆਂ ਦਿੱਤੀਆਂ ਜਾਂਦੀਆਂ। 100 ਗ੍ਰਾਮ, 200 ਗ੍ਰਾਮ, 250 ਗ੍ਰਾਮ, ਅੱਧਾ ਕਿਲੋ ਤੇ ਕਿਲੋ ਜਲੇਬੀਆਂ ਲਈ ਲਿਫਾਫੇ ਹੁੰਦੇ। ਦੇਖਣ 'ਚ ਜਲੇਬੀਆਂ ਦੀਆਂ ਸਾਖਾਂ ਇੰਨੀਆਂ ਸੋਹਣੀਆਂ ਨਹੀਂ ਲੱਗਦੀਆਂ, ਉਂਗਲ ਜਿੰਨੀਆਂ ਮੋਟੀਆਂ-ਮੋਟੀਆਂ, ਪਰ ਵਿੱਚ ਉਹਨਾਂ ਦੇ ਰਸਾ ਕੋਰਾ ਅੰਮ੍ਰਿਤ ਹੁੰਦਾ, ਜਿਵੇਂ ਗਰਮ ਮਖਿਆਲ ਦੀਆਂ ਘੁੱਟਾਂ। ਤੂੰ ਤਾਂ ਜਲੇਬੀਆਂ ਦੀ ਗੱਲ ਹੀ ਕਰੀ ਜਾਂਦਾ, ਜਿਵੇਂ ਖੇਤਾ ਰਾਮ ਦੀ ਦੁਕਾਨ ਦਾ ਕੋਈ ਏਜੰਟ ਹੋਵੇਂ ਤੂੰ। ਮੈਂ ਅਸਲੀ ਤੇ ਪੁਰਾਣੀ ਦੁਕਾਨ ਦੀ ਕਹਾਣੀ ਪੁੱਛੀ ਸੀ, ਮੈਂ ਟੋਕਿਆ। ਹਾਂ ਠੀਕ ਹੈ, ਦੱਸਦਾ। ਖੇਤਾ ਰਾਮ ਦੇ 2 ਮੁੰਡੇ ਨੇ। ਉਹ 10-10 ਜਮਾਤਾਂ ਪੜ੍ਹੇ ਤੇ ਪਿਓ ਦੀ ਦੁਕਾਨ ਤੇ ਹੀ ਬੈਠ ਗਏ। ਪੂਰੇ ਹਲਵਾਈ ਬਣ ਗਏ। ਉਹ ਵੀ ਵਿਆਹੇ ਗਏ, ਫਿਰ ਅੱਡ ਹੋ ਗਏ। ਮਾਂ ਮਰ ਚੁੱਕੀ ਸੀ। ਦੋਵਾਂ ਨੇ ਅੱਡ-ਅੱਡ ਮਕਾਨ ਬਣਾ ਲਏ। ਪਿਓ ਨੂੰ ਦੁਕਾਨ 'ਚੋਂ ਕੱਢਤਾ ਤੇ ਦੁਕਾਨ ਵੰਡ ਲਈ। ਵੱਡੇ ਮੁੰਡੇ ਨੇ ਅੱਧ ਦੇ ਪੈਸੇ ਦੇ ਕੇ ਰੇਲਵੇ ਰੋਡ ਵਾਲੀ ਅਸਲੀ ਦੁਕਾਨ ਸੰਭਾਲ ਲਈ। ਛੋਟੇ ਨੇ ਗਊਸ਼ਾਲਾ ਰੋਡ ਤੇ ਨਵੀਂ ਦੁਕਾਨ ਖੋਲ੍ਹ ਲਈ। ਇਹ ਫੱਟੇ ਲਿਖ ਕੇ ਲਾਉਣ ਦੀ ਇਸ਼ਤਿਹਾਰਬਾਜ਼ੀ ਪਹਿਲਾਂ ਛੋਟੇ ਮੁੰਡੇ ਨੇ ਸ਼ੁਰੂ ਕੀਤੀ ਸੀ, ਫਿਰ ਵੱਡਾ ਵੀ ਆਪਣਾ ਪ੍ਰਚਾਰ ਕਰਨ ਲੱਗਿਆ। ਉਂਝ ਦੋਵੇਂ ਦੁਕਾਨਾਂ ਇੱਕੋ ਜਿੰਨੀਆਂ ਮਸ਼ਹੂਰ ਨੇ। ਨਹੀਂ ਫਰਕ ਹੋਣਾ, ਮੈਂ ਕਿਹਾ। ਇੱਕੋ ਪਿਓ ਦੇ ਪੁੱਤ ਨੇ ਯਾਰ, ਜਲੇਬੀਆਂ 'ਚ ਭੋਰਾ ਵੀ ਫਰਕ ਨਹੀਂ। ਉਹੀ ਚੀਜ਼, ਜਲੇਬੀਆਂ ਜ਼ਰੂਰ ਇੱਕੋ ਹੋਣਗੀਆਂ। ਹੋਰ ਫਿਰ ਗਾਹਕ ਬਹੁਤੇ ਪੁਰਾਣੀ ਦੁਕਾਨ ਤੇ ਜਾਂਦੇ ਹੋਣਗੇ, ਮੈਂ ਕਿਹਾ। ਹਾਂ ਇਹ ਤਾਂ ਹੈ, ਉਹ ਮੰਨ ਗਿਆ। ਇਹਦਾ ਮਤਲਬ ਪਿਓ ਨੂੰ ਕੱਢ ਕੇ ਮੁੰਡੇ ਪਿਓ ਦੇ ਨਾਂ ਦੀ ਹੀ ਖੱਟੀ ਖਾ ਰਹੇ ਨੇ। ਹਾਂ, ਉਹਨਾਂ ਨੇ ਉਹਨੂੰ ਘਰੋਂ ਵੀ ਕੱਢਤਾ ਸੀ। ਪੁਰਾਣਾ ਘਰ ਮੁੰਡਿਆਂ ਦੀ ਮਾਂ ਦੇ ਨਾਂ ਸੀ, ਮਾਂ ਮਰੀ ਤਾਂ ਮਕਾਨ ਮੁੰਡਿਆਂ ਦੇ ਨਾਂ ਹੋ ਗਿਆ। ਬੁੜਾ ਗੈਟ ਆਊਟ। ਹੁਣ ਫੇਰ ਬੁੜਾ? ਮੈਂ ਖੇਤਾ ਰਾਮ ਬਾਰੇ ਤਰਸਦੀ ਭਾਵਨਾ ਨਾਲ ਸੋਚਣ ਲੱਗਿਆ। ਉਹ ਤੂੰ ਜਾਣਦਾ ਖੇਤਾ ਰਾਮ ਨੂੰ? ਤੂੰ ਉਹਨੂੰ ਦੇਖਿਆ ਹੋਇਆ? ਦੋਸਤ ਨੇ ਮੇਰਾ ਦਿਮਾਗ ਚਕਰਾਉਣਾ ਚਾਹਿਆ। ਕਿਉਂ ਬਕਵਾਸ ਮਾਰਦਾ ਹੁੰਨਾ ਯਾਰ? ਸ਼ਰਤ ਲਾ ਫਿਰ, ਤੂੰ ਮੰਨ ਜਾਣਾ। ਉਹਨੇ ਮੇਰੇ ਹੱਥ ਉੱਤੇ ਹੱਥ ਮਾਰਿਆ। ਹਾਂ ਚੱਲ ਰਹੀ ਫਿਰ। ਮੈਂ ਵੀ ਦ੍ਰਿੜ ਸੀ। ਉਹ ਹੱਸਣ ਲੱਗਿਆ। ਰੋਟੀ ਖਾ ਕੇ ਅਸੀਂ ਹੱਥ ਧੋਣ ਉੱਠੇ। ਦੋਸਤ ਗੰਭੀਰ ਹੋ ਕੇ ਦੱਸ ਰਿਹਾ ਸੀ, ਹੁਣ ਖੇਤਾ ਰਾਮ ਵਿਚਾਰਾ ਕਿਰਾਏ ਦੀ ਇੱਕ ਨਿੱਕੀ ਜਿਹੀ ਕੋਠੜੀ 'ਚ ਰਹਿੰਦਾ। ਉਹ ਨੇਰ ਕੋਠੜੀ ਦੀ ਹੀ ਉਹਦਾ ਸੰਸਾਰ ਹੈ ਹੁਣ। ਬਸ ਤਾਂ ਐਵੇਂ ਭਕਾਈ ਮਾਰੀ ਜਾਂਦਾ। ਮੈਂ ਜਾਣਦਾ ਖੇਤਾ ਰਾਮ ਨੂੰ। ਐਵੇਂ ਮੈਂ ਉਹਦੇ ਵੱਲ ਅੱਖਾਂ ਚੌੜੀਆਂ ਕਰਕੇ ਝੁਕ ਗਿਆ। ਨਵੇਂ ਸਿਨੇਮਾ ਘਰ ਅੱਗੇ ਸਮੋਸੇ ਨਹੀਂ ਖਾਂਦੇ ਹੁੰਦੇ ਆਪਾਂ, ਉਸ ਬੁੱਢੇ ਬਾਬੇ ਤੋਂ? ਬਸ ਉਹੀ ਹੈ ਖੇਤਾ ਰਾਮ ਹਲਵਾਈ। ਹੈਰਾਨੀ ਨਾਲ ਮੇਰੀਆਂ ਅੱਖਾਂ ਹੋਰ ਚੌੜੀਆਂ ਹੋ ਗਈਆਂ। ਦੋਸਤ ਚੁੱਪ ਸੀ। ਹੁਣ ਉਹਦੀ ਖਾਮੋਸ਼ੀ ਮੇਰੀ ਹੈਰਾਨੀ ਦਾ ਮਜ਼ਾਕ ਉਡਾ ਰਹੀ ਸੀ। ਧੰਨਵਾਦ।